A very sweet morning to all of you students. How are you? I hope all are you fine. So today we will discuss the concept of that say super profit. So super profit beta ਕੀ ਸੀਗਾ? It is a profit which is to be earn normal over the normal profit ਕਿ ਜਿਹੜਾ ਬੇਟਾ normal profit ਤੋਂ earn ਕੀਤਾ ਜਾਂਦਾ। ਹੁਣ ਤੁਸੀਂ ਪੁੱਛੋਗੇ ਸਰ what is normal profit? Normal profit ਦਾ ਮੈਂ ਤੁਹਾਨੂੰ ਫਾਰਮੂਲਾ ਦੱਸਤਾ ਸੀ capital employed into normal rate of return over 100 ਐਂਡ ਕੈਪੀਟਲ employed ਕਿੱਦਾਂ ਫਾਈਂਡ ਕਰਨੀ ਉਹ ਤੁਹਾਨੂੰ ਫਾਰਮੂਲਾ ਦੱਸੇ ਹੋਏ ਸੀਗੇ ਡਿਫਰੈਂਟ ਫਾਰਮੂਲਾ ਇਨ ਪ੍ਰੀਵੀਅਸ ਵੀਡੀਓ 'ਚ ਡਿਸਕਸ ਕੀਤੇ ਸੀ। ਸੋ ਅੱਜ ਆਪਾਂ ਗੱਲ ਕਰਾਂਗੇ ਇਹਦੇ ਨਿਊਮੈਰੀਕਲ ਕੁਐਸਚਨ ਦੀ ਕਿ ਹਾਊ ਸੁਪਰ ਪ੍ਰੋਫਿਟ ਇਜ਼ ਟੂ ਬੀ ਕੈਲਕੂਲੇਟ ਅੰਡਰ ਦਿਸ ਮੈਨਰ। ਨਾਓ ਬੇਟਾ ਇੱਕ ਸਟੇਟਮੈਂਟ ਹੈ ਜਿਹਦੇ ਵਿੱਚ ਲਿਖਿਆ ਵਾ ਐਵਰੇਜ ਪ੍ਰੋਫਿਟ 1 ਲੱਖ ਪਰ ਈਅਰ। ਇੱਕ ਕੁਐਸਚਨ ਦੇ ਵਿੱਚ ਲਿਖਿਆ 1 ਲੱਖ ਰੁਪਏ ਪਰ ਈਅਰ ਐਂਡ ਕੈਪੀਟਲ ਦਿੱਤੀ ਹੋਈ ਸਾਨੂੰ ਬਿਜ਼ਨਸ ਦੇ ਵਿੱਚ 5 ਲੱਖ ਰੁਪੀਸ। ਇੱਕ ਕੈਪੀਟਲ ਹੈਗੀ ਔਰ ਐਵਰੇਜ ਕੈਪੀਟਲ ਵਾ 1 ਲੱਖ ਐਵਰੇਜ ਪ੍ਰੋਫਿਟ ਦਿੱਤਾ ਹੋਇਆ ਐਂਡ ਕੈਪੀਟਲ ਇੰਪਲੋਇਡ ਬਿਜ਼ਨਸ ਦੇ ਵਿੱਚ ਹੈਗੀ ਹੈ 5 ਲੱਖ ਰੁਪੀਸ। ਸੋ ਨਾਲ ਸਾਨੂੰ ਇੱਕ ਦਿੱਤਾ ਹੈ ਨਾਰਮਲ ਰੇਟ ਆਫ ਰਿਟਰਨ। ਨਾਰਮਲ ਰੇਟ ਆਫ ਰਿਟਰਨ ਜਿਹੜਾ ਹੈਗਾ ਉਹ ਸਾਡਾ ਕਿੰਨਾ ਵਾ 10% and remuneration of the partner estimated 15,000 for the year. That is the most important thing कि एक बेटा सानू remuneration ਦਿੱਤੀ ਹੋਈ ਹੈ 15,000 ਰੁਪਏ। You are to required find the value of goodwill on the basis of 3 year purchase of super profit ਕਿ ਜਿਹੜੀ ਤੁਸੀਂ goodwill compute ਕਰਨੀ ਹੈ on the basis of 3 year of super profit ਦੇ ਹਿਸਾਬ ਨਾਲ ਕੀ ਕਰਨੀ ਹੈ compute ਕਰਨੀ ਹੈ। ਸੋ ਸਭ ਤੋਂ ਪਹਿਲਾਂ ਬੇਟਾ ਕੀ ਕਰੂੰਗੇ ਐਵਰੇਜ ਪ੍ਰੋਫਿਟ। ਐਵਰੇਜ ਪ੍ਰੋਫਿਟ ਤੁਹਾਨੂੰ ਦਿੱਤਾ ਹੋਇਆ ਕਿੰਨਾ ਦਿੱਤਾ ਸੀ ਐਵਰੇਜ ਪ੍ਰੋਫਿਟ 1 ਲੱਖ। ਉਸ 1 ਲੱਖ ਦੇ ਵਿੱਚੋਂ 1 ਲੱਖ ਦੇ ਵਿੱਚੋਂ ਬੇਟਾ ਜਿਹੜੀ ਰੈਮੂਨੇਸ਼ਨ ਤੁਹਾਡੀ 15,000 ਹੈ ਉਹ 15,000 ਨੂੰ ਕੀ ਕਰ ਦੇਣਾ ਤੁਸੀਂ ਸਬਟਰੈਕਟ ਕਰ ਦੇਣਾ। 1 ਲੱਖ ਦੇ ਵਿੱਚੋਂ 15,000 ਨੂੰ ਸਬਟਰੈਕਟ ਕਰਤਾ ਤੇ ਤੁਹਾਡੇ ਕੋਲ ਕਿੰਨਾ ਆ ਗਿਆ 85,000। ਦੈਨ ਉਸ 85,000 ਦੇ ਵਿੱਚੋਂ ਫਿਰ ਉਸ ਤੋਂ ਬਾਅਦ ਆਪਾਂ ਨੂੰ ਕੈਪੀਟਲ ਇੰਪਲੋਇਡ ਦਿੱਤੀ ਹੋਈ ਬਿਜ਼ਨਸ ਦੇ ਵਿੱਚ ਕਿੰਨੀ ਦਿੱਤੀ ਕੈਪੀਟਲ ਇੰਪਲੋਇਡ 5 ਲੱਖ ਰੁਪਏ। 5 ਲੱਖ ਦਾ ਬੇਟਾ ਕਿੰਨਾ ਪਰਸੈਂਟ 10% ਦੈਟਸ ਨਾਰਮਲ ਰੇਟ ਆਫ ਰਿਟਰਨ। ਕਿੰਨੀ ਨਾਰਮਲ ਰੇਟ ਆਫ ਰਿਟਰਨ ਹੈ 10%। 5 ਲੱਖ ਦਾ 10% ਤੁਹਾਡਾ ਹੋ ਗਿਆ 50,000। ਉਹ ਤੁਹਾਡਾ ਕੀ ਆ ਗਿਆ ਨਾਰਮਲ ਪ੍ਰੋਫਿਟ ਆ ਗਿਆ ਤੇ ਐਵਰੇਜ ਪ੍ਰੋਫਿਟ ਤੁਹਾਡਾ ਬੇਟਾ ਕਿੰਨਾ ਸੀਗਾ 85,000। 85,000 ਦੇ ਵਿੱਚੋਂ 50,000 ਨਾਰਮਲ ਪ੍ਰੋਫਿਟ ਲੈਸ ਕਰਤਾ ਤੁਹਾਡਾ ਸੁਪਰ ਪ੍ਰੋਫਿਟ ਕਿੰਨਾ ਆ ਗਿਆ ਬੇਟਾ 35,000। ਕਿੰਨਾ 85,000 ਸੁਪਰ ਪ੍ਰੋਫਿਟ 50,000 ਤੁਹਾਡਾ ਨਾਰਮਲ ਪ੍ਰੋਫਿਟ ਤੇ ਗੁੱਡਵਿਲ ਤੁਹਾਡੀ ਕਿੰਨੀ ਆ ਗਈ 35। ਹੁਣ ਕਿੰਨੇ ਨਾ ਬੇਟਾ ਸੀਗੇ ਨੰਬਰ ਆਫ ਈਅਰ ਆਫ ਪਰਚੇਸ ਕਿੰਨੇ ਸੀਗੇ ਤੁਹਾਡੇ 3 ਨੰਬਰ ਆਫ ਈਅਰ 3 ਸੀਗੇ 35,000 into 3 ਦੈਟਸ 1,05,000। ਉਹ ਤੁਹਾਡਾ ਕੀ ਆ ਗਿਆ ਐਵਰੇਜ ਪ੍ਰੋਫਿਟ ਸੁਪਰ ਪ੍ਰੋਫਿਟ ਆ ਗਿਆ 1,05,000। ਸੋ ਬੇਟਾ ਇੱਕ ਡਾਊਟ ਸੀਗਾ ਬੱਚਿਆਂ ਦਾ ਕਿ ਸਰ ਇਹਦੇ ਵਿੱਚ ਕੁਐਸਚਨ ਦੇ ਵਿੱਚ ਨਾ ਕਿ ਸਾਨੂੰ ਇਹ ਚ ਅਬਨੋਰਮਲ ਪ੍ਰੋਫਿਟ ਲਾਸਸ ਵਗੈਰਾ ਆ ਗਏ। ਅਬਨੋਰਮਲ ਪ੍ਰੋਫਿਟ ਲਾਸ ਦਾ ਵੀ ਤੁਸੀਂ ਇੱਕ ਸਾਨੂੰ ਪੁਆਇੰਟ ਸਾਨੂੰ ਡਿਸਕਸ ਕਰ ਦਿਓ। ਸੋ ਇੱਕ ਸਮ ਕੁਐਸਚਨ ਪ੍ਰੈਕਟੀਕਲ ਕੁਐਸਚਨ ਸੀ ਕੁਐਸਚਨ ਨੰਬਰ 4 ਕਿ ਜਿਹਦੇ ਵਿੱਚ ਡਿਫਰੈਂਟ ਈਅਰ ਦੇ ਪ੍ਰੋਫਿਟ ਸੀਗੇ। ਕੁਐਸਚਨ 4 ਸੀਗਾ ਜ਼ੂਮ ਮੀਟਿੰਗ ਦੇ ਵਿੱਚ ਵੀ ਕੀਤਾ ਸੀ ਪਰ ਸਮ ਸਟੂਡੈਂਟਸ ਐਬਸੈਂਟ ਸੀਗੇ ਜ਼ੂਮ ਮੀਟਿੰਗ ਦੇ ਵਿੱਚ। ਸੋ ਡਿਫਰੈਂਟ ਈਅਰ ਦੇ ਪ੍ਰੋਫਿਟ 40 50 45 ਉਹ 40,000 ਪ੍ਰੋਫਿਟ ਦੇ ਵਿੱਚ ਦੇਖੋ ਬੇਟਾ ਲਿਖਿਆ ਇਨਕਲੂਡਿੰਗ ਅਬਨੋਰਮਲ ਗੇਨ ਕੀ ਲਿਖਿਆ ਅਬਨੋਰਮਲ ਗੇਨ ਕਿੰਨਾ 5,000 ਰੁਪਏ ਤੇ ਉਹਦੇ ਚ ਲਿਖਿਆ 50,000। ਨੈਕਸਟ ਪ੍ਰੋਫਿਟ ਲਿਖਿਆ 50,000 ਆਫਟਰ ਚਾਰਜਿੰਗ ਅਬਨੋਰਮਲ ਲੋਸ 10,000। ਦੈਨ 2015 ਦੇ ਵਿੱਚ ਉੱਥੇ ਲਿਖਿਆ 45,000 ਐਕਸਕਲੂਡਿੰਗ 5,000 ਇੰਸ਼ੋਰੈਂਸ ਪ੍ਰੀਮੀਅਮ ਆਫ ਫਰਮ ਪ੍ਰਾਪਰਟੀ ਨਾਓ ਟੂ ਬੀ ਇੰਸ਼ੋਰਡ। ਆ ਤੁਹਾਨੂੰ 3 ਸਾਲਾਂ ਦਾ ਪ੍ਰੋਫਿਟ ਤੇ ਨਾਲ ਇਹਨਾਂ ਦੇ ਵਿੱਚ ਸਮ ਟ੍ਰੀਟਮੈਂਟ ਹੈ ਅਬਨੋਰਮਲ ਲਾਸਸ ਐਂਡ ਅਬਨੋਰਮਲ ਪ੍ਰੋਫਿਟ ਆਈਟਮਸ ਦੀ। ਇਸ ਦੇ ਵਿੱਚ ਟ੍ਰੀਟਮੈਂਟ ਸੀ ਬੇਟਾ ਇਸ ਸਮ ਦੇ ਵਿੱਚ ਅਬਨੋਰਮਲ ਲਾਸਸ ਐਂਡ ਅਬਨੋਰਮਲ ਪ੍ਰੋਫਿਟ ਦੀ। ਸੋ ਇਸ ਪੁਆਇੰਟ ਨੂੰ ਧਿਆਨ ਨਾਲ ਤੁਸੀਂ ਕਰਨਾ ਅੰਡਰਸਟੈਂਡ। ਮੈਂ ਤੁਹਾਨੂੰ ਦੱਸਿਆ ਸੀ ਜਦੋਂ ਇਹਦੇ ਵਿੱਚ ਆਪਾਂ ਸਟਾਰਟ ਕੀਤਾ ਸੀਗਾ ਕਿ ਅਬਨੋਰਮਲ ਲਾਸਸ ਡਿਊਰਿੰਗ ਦਾ ਈਅਰ ਇਹ ਟੂ ਬੀ ਕੀ ਕਰਦੇ ਨੇ ਇਹਨੂੰ ਐਡ ਕਰਦੇ ਨੇ। ਅਬਨੋਰਮਲ ਲਾਸਸ ਜਿੰਨੇ ਵੀ ਹੋ ਗਏ ਐਡ ਕਰਦੇ ਨੇ ਤੇ ਜਿਹੜੇ ਅਬਨੋਰਮਲ ਪ੍ਰੋਫਿਟਸ ਆ ਉਹ ਸਾਰੇ ਕੀ ਕਰਦੇ ਨੇ ਲੈਸ ਕਰਦੇ ਨੇ। ਕੋਈ ਵੀ ਐਕਸਪੈਂਸਿਸ ਕੋਈ ਵੀ ਲਾਸ ਆ ਦੈਟ ਇਜ਼ ਟੂ ਬੀ ਐਡਿਡ ਲਾਸਿਸ ਐਂਡ ਉਹਨੂੰ ਕੀ ਕਰ ਦੇਣਾ ਐਡ ਕਰ ਦੇਣਾ। ਕੋਈ ਪ੍ਰੋਫਿਟਸ ਵਗੈਰਾ ਹੋਇਆ ਕੋਈ ਇਨਕਮ ਹੋਈ ਤੇ ਉਹਨੂੰ ਕੀ ਕਰ ਦੇਣਾ ਬੇਟਾ ਆਪਾਂ ਲੈਸ ਕਰ ਦੇਣਾ। ਦੈਨ ਹੁਣ ਇਸ ਤੋਂ ਬਾਅਦ ਇਹਦੇ ਵਿੱਚ ਹੁਣ ਤੁਸੀਂ ਦੇਖੋ 2013 ਸਾਡੇ ਕੋਲ ਪ੍ਰੋਫਿਟ ਕਿੰਨਾ ਵਾ 2013 ਦਾ ਪ੍ਰੋਫਿਟ 40,000 ਦੇ ਵਿੱਚ ਅਬਨੋਰਮਲ ਗੇਨ ਕਿੰਨਾ ਹੋਇਆ ਅਬਨੋਰਮਲ ਗੇਨ ਕਿੰਨਾ ਹੋਇਆ 5,000। ਉਹ 5,000 ਨੂੰ ਕੀ ਕਰ ਦੇਣਾ ਬੇਟਾ ਲੈਸ ਕਰ ਦੇਣਾ। 40,000 ਦੇ ਵਿੱਚੋਂ 5,000 ਲੈਸ ਕਰਤਾ ਤੁਹਾਡਾ ਪ੍ਰੋਫਿਟ ਕਿੰਨਾ ਆ ਗਿਆ 35,000। ਦੈਨ ਇਸ ਤੋਂ ਬਾਅਦ ਬੇਟਾ 50,000 ਦੇ ਵਿੱਚੋਂ ਲਾਸ। ਹੁਣ ਲਾਸ ਕੀ ਹੁੰਦਾ ਬੇਟਾ ਐਡ ਹੁੰਦਾ ਵਾ ਉਹ ਲਾਸ ਨੂੰ ਕੀ ਕਰ ਦੇਣਾ ਬੇਟਾ ਐਡ ਕਰ ਦੇਣਾ ਬਿਕੋਜ਼ ਹੁਣੇ ਤੁਹਾਨੂੰ ਮੈਂ ਦੱਸਿਆ ਸੀ ਲਾਸ ਨੂੰ ਕੀ ਕਰਦੇ ਆਪਾਂ ਐਡ ਕਰਦੇ ਹਾਂ। ਦੈਨ ਉਸ ਤੋਂ ਬਾਅਦ ਇੰਸ਼ੋਰੈਂਸ ਪ੍ਰਾਪਰਟੀ ਪ੍ਰੀਮੀਅਮ ਕਰਾਇਆ ਸੀ ਉਹ 45,000 ਦੇ ਵਿੱਚ ਜਿਹੜਾ ਇੰਸ਼ੋਰੈਂਸ ਐਕਸਕਲੂਡ ਕਰ ਦਿੱਤਾ ਹੋਇਆ ਇਹ 45 ਨੂੰ ਹੀ ਕਰ ਦੇਣਾ 5,000 ਨੂੰ ਮਾਈਨਸ ਕਰ ਦੇਣਾ। ਸੋ ਤੁਹਾਡੇ ਪ੍ਰੋਫਿਟ ਬੇਟਾ ਫਸਟ ਆ ਗਿਆ 35 ਦੈਨ ਉਸ ਤੋਂ ਬਾਅਦ 60 ਦੈਨ ਉਸ ਤੋਂ ਬਾਅਦ 40। ਇਹਨਾਂ ਨੂੰ ਐਡ ਅਪ ਕੀਤਾ ਐਡ ਅਪ ਕਰਕੇ ਕਿੰਨਾ ਆਇਆ ਇਹਨਾਂ ਤਿੰਨਾਂ ਨੂੰ ਬੇਟਾ ਪਲੱਸ ਕਰਕੇ ਦੈਨ ਉਸ ਤੋਂ ਬਾਅਦ ਤੁਹਾਡਾ ਆ ਗਿਆ ਨੂੰ ਪਲੱਸ ਕਰਕੇ ਤੁਹਾਡਾ ਕਿੰਨਾ ਆ ਗਿਆ 1,45,000। ਹੁਣ 1,45,000 ਨੂੰ ਕਿੰਨੇ ਸਾਲਾਂ ਦੇ ਪ੍ਰੋਫਿਟ ਸੀਗਾ ਬੇਟਾ 3 ਸਾਲਾਂ ਦੇ ਪ੍ਰੋਫਿਟ ਸੀ 1,45,000 ਡਿਵਾਈਡ ਬਾਈ 3
इज इक्वल टू 45,000 दैट्स एवरेज प्रॉफिट। दैन एवरेज प्रॉफिट तो बाद ਹੁਣ ਕੀ ਸੌਰੀ ਐਵਰੇਜ ਤੋਂ ਕੱਢਣ ਤੋਂ ਬਾਅਦ ਕੀ ਕਰੂੰਗੇ ਬੇਟਾ, ਹੁਣ ਸੌਰੀ ਗੁੱਡਵਿਲ ਕੱਢਣੀ ਹੈ, ਠੀਕ ਬੇਟਾ ਸਟੈਪ ਸੀਗਾ। ਗੁੱਡਵਿਲ ਇਜ਼ ਇਕੁਅਲ ਟੂ AP ਇਨਟੂ ਨੰਬਰ ਆਫ ਈਅਰ। ਅਬ ਗੁੱਡਵਿਲ ਤੁਹਾਡੀ ਬੇਟਾ ਕਿੰਨੀ ਆ ਗਈ 40 ਐਵਰੇਜ ਪ੍ਰੋਫਿਟ 45,000 ਇਨਟੂ 2 ਦੈਟਸ ਇਟ ਗੁੱਡਵਿਲ ਆ ਗਈ 90,000। ਉਹ ਗੁੱਡਵਿਲ ਬੇਟਾ ਤੁਹਾਡੀ 90,000 ਆ ਗਈ। ਸੋ ਇਸ ਕੁਐਸਚਨ ਦੇ ਵਿੱਚ ਬੇਟਾ ਕੀ ਤੁਹਾਨੂੰ ਡਿਸਕਸ ਕੀਤਾ ਕਿ ਵੈਨ ਡਿਫਰੈਂਟ ਈਅਰਸ ਦੀ ਅਬਨੋਰਮਲ ਆਈਟਮ ਉਹਨੂੰ ਕਿਸ ਤਰੀਕੇ ਨਾਲ ਆਪਾਂ ਟ੍ਰੀਟ ਕਰਨਾ ਵਾ, ਅਬਨੋਰਮਲ ਲਾਸਿਸ ਅਬਨੋਰਮਲ ਪ੍ਰੋਫਿਟ ਨੂੰ ਕਿੱਦਾਂ ਟ੍ਰੀਟ ਕਰਨਾ। ਨਾਓ ਨੈਕਸਟ ਕੁਐਸਚਨ ਨੰਬਰ 10 that is different year ਦੇ ਬੇਟਾ ਤੁਹਾਨੂੰ ਇਸ ਪ੍ਰੋਫਿਟ ਤੇ ਵੈਰੀ ਈਜ਼ੀ ਕੁਐਸਚਨ। ਡਿਫਰੈਂਟ ਈਅਰ ਦੇ ਐਵਰੇਜ ਨੂੰ ਕੀ ਕਰਾਂਗੇ, ਸਭ ਤੋਂ ਪਹਿਲਾਂ ਇਹਨਾਂ ਦੀ ਆਪਾਂ ਐਵਰੇਜ ਫਾਈਂਡ ਕਰ ਲਾਂਗੇ। ਡਿਫਰੈਂਟ ਈਅਰ ਦੇ ਪ੍ਰੋਫਿਟ ਤੁਹਾਨੂੰ ਹੁਣੇ ਦੱਸਿਆ ਸੀ, ਐਵਰੇਜ ਨੂੰ ਆਪਾਂ ਕੀ ਕਰ ਦੇਣਾ ਪਲੱਸ ਕਰ ਦੇਣਾ। ਐਵਰੇਜ ਨੂੰ ਪਲੱਸ ਕਿੱਦਾਂ ਕਰਾਂਗੇ 17,000 20,000 23 ਕਿੰਨਾ ਹੋਇਆ ਬੇਟਾ 17 20 37 37 20 60,000 ਡਿਵਾਈਡ ਬਾਈ 3 ਇਜ਼ ਇਕੁਅਲ ਟੂ 20,000। ਇਹ ਤੁਹਾਡੀ ਐਵਰੇਜ ਆ ਗਈ। ਕਿੰਨੀ ਐਵਰੇਜ ਆ ਗਈ 20,000। ਹੁਣ ਐਵਰੇਜ ਤੋਂ ਬਾਅਦ ਹੁਣ ਸਟੇਟਮੈਂਟਸ ਦੇਖੋ ਕੀ ਲਿਖਿਆ ਹੈ। ਕੈਪੀਟਲ ਇਨਵੈਸਟਡ ਇਨ ਦਾ ਫਰਮ ਮੈਂਸ਼ਨ ਪੀਰੀਅਡ 80,000। ਹੁਣ ਜਿਹੜੀ ਤੁਹਾਨੂੰ ਕੈਪੀਟਲ ਦਿੱਤੀ ਹੋਈ ਹੈ ਉਹ ਕਿੰਨੀ ਦਿੱਤੀ 80,000 ਰੁਪਏ। ਦੈਟਸ ਅ ਕੈਪੀਟਲ ਇੰਪਲੋਇਡ ਇਨ ਦਾ ਬਿਜ਼ਨਸ। ਕੈਪੀਟਲ 80,000 ਦੈਟਸ ਅ ਕੈਪੀਟਲ ਇੰਪਲੋਇਡ ਇਨ ਦਾ ਬਿਜ਼ਨਸ। ਕਿ ਬਿਜ਼ਨਸ ਦੇ ਵਿੱਚ ਕਿੰਨੀ ਕੈਪੀਟਲ ਲੱਗੀ 80,000 ਰੁਪਏ। ਇਟਸ ਅ ਕੈਪੀਟਲ ਇੰਪਲੋਇਡ। ਹੁਣ ਨਾਰਮਲ ਰੇਟ ਆਫ ਰਿਟਰਨ ਕਿੰਨਾ ਵਾ 15% ਤੇ ਨਾਰਮਲ ਪ੍ਰੋਫਿਟ ਕਿੱਦਾਂ ਕੱਢੂਗੇ ਬੇਟਾ 80,000 ਮਲਟੀਪਲਾਈ 15 ਡਿਵਾਈਡ ਬਾਈ 100 ਦੈਟਸ ਅ 12,000 ਤੁਹਾਡੀ ਕੀ ਆ ਗਈ ਨਾਰਮਲ ਪ੍ਰੋਫਿਟ ਆ ਗਿਆ। ਦੈਨ ਹੁਣ ਤੁਹਾਨੂੰ ਸੁਪਰ ਪ੍ਰੋਫਿਟ ਦਾ ਫਾਰਮੂਲਾ ਉਹਨੇ ਦੱਸਿਆ ਸੀ ਬੇਟਾ SP ਇਜ਼ ਇਕੁਅਲ ਟੂ ਐਵਰੇਜ ਪ੍ਰੋਫਿਟ ਮਾਈਨਸ ਨਾਰਮਲ ਪ੍ਰੋਫਿਟ। AP ਤੁਹਾਡਾ ਹੁਣੇ ਕਿੰਨਾ ਆਇਆ ਸੀ 20,000। ਨਾਰਮਲ ਪ੍ਰੋਫਿਟ ਕਿੰਨਾ ਆਇਆ, ਨਾਰਮਲ ਪ੍ਰੋਫਿਟ ਬੇਟਾ ਤੁਹਾਡਾ ਕਿੰਨਾ ਆਇਆ ਸੀਗਾ 12,000। 20,000 ਚੋਂ 12,000 ਮਾਈਨਸ ਕੀਤਾ 20 ਚੋਂ 12 ਮਾਈਨਸ ਕਰਕੇ ਤੁਹਾਡਾ ਕਿੰਨਾ ਆ ਗਿਆ 8,000। ਸੋ 8,000 ਨੂੰ ਕਿੰਨੇ ਸਾਲਾਂ ਦੀ ਗੁੱਡਵਿਲ ਹੈ 2 ਈਅਰ। 8,000 into 2 ਕਿੰਨਾ ਆ ਗਿਆ 8,000 into 2 ਕਿੰਨਾ ਆ ਗਿਆ ਬੇਟਾ 16,000। ਸੋ ਬੇਟਾ ਇਹਦੇ ਵਿੱਚ ਤੁਹਾਨੂੰ ਹੁਣ 3 ਸਟੈਪ। ਪਹਿਲਾ ਸਟੈਪ ਐਵਰੇਜ ਕੱਢਣੀ। ਐਵਰੇਜ ਕੱਢਣ ਤੋਂ ਬਾਅਦ ਸੁਪਰ ਪ੍ਰੋਫਿਟ ਦਾ ਫਾਰਮੂਲਾ ਲਗਾਉਣਾ। ਜਦੋਂ ਸੁਪਰ ਪ੍ਰੋਫਿਟ ਦਾ ਫਾਰਮੂਲਾ ਲਗਾਇਆ ਉਹਦੇ 'ਚ ਦੇਖਿਆ ਕੈਪੀਟਲ ਇੰਪਲੋਇਡ। ਉਹ ਕੈਪੀਟਲ ਇੰਪਲੋਇਡ ਦਾ ਮਤਲਬ ਹੋ ਗਿਆ ਨਾਰਮਲ ਪ੍ਰੋਫਿਟ। ਨਾਰਮਲ ਪ੍ਰੋਫਿਟ ਦਾ ਮਤਲਬ ਹੋ ਗਿਆ ਕਿੱਦਾਂ ਫਾਰਮੂਲਾ ਕਰਨਾ ਸੀ ਉਹਦੇ ਵਿੱਚ ਕੈਪੀਟਲ ਇੰਪਲੋਇਡ ਤੁਹਾਨੂੰ ਕੁਐਸਚਨ 'ਚ ਆਲਰੇਡੀ ਦਿੱਤੀ ਹੋਈ। ਜੇ ਕੁਐਸਚਨ 'ਚ ਮੰਨ ਲਓ ਕੈਪੀਟਲ ਇੰਪਲੋਇਡ ਨਾ ਗਿਵਨ ਹੁੰਦੀ ਤੇ ਫਿਰ ਮੈਨੂੰ ਕੀ ਕਰਨਾ ਪੈਣਾ ਸੀ ਐਸੈਟ ਲਾਇਬਿਲਿਟੀ ਦੀ ਕੋਈ ਨਾ ਕੋਈ ਟ੍ਰੀਟਮੈਂਟ ਕਰਨੀ ਪੈਣੀ ਸੀ। ਜਦਕਿ ਕੁਐਸਚਨ ਦੇ ਵਿੱਚ ਆਪਾਂ ਨੂੰ ਐਸੈਟ ਲਾਇਬਿਲਿਟੀ ਬਾਰੇ ਪਤਾ ਵਾ। ਕੁਐਸਚਨ ਦੇ ਵਿੱਚ ਆਪਾਂ ਨੂੰ ਐਸੈਟ ਲਾਇਬਿਲਿਟੀ ਬਾਰੇ ਪਤਾ ਵਾ। ਐਸੈਟ ਲਾਇਬਿਲਿਟੀ ਦੀ ਜ਼ਰੂਰਤ ਨਹੀਂ ਸੀ, ਸਿੱਧੀ ਸਾਨੂੰ ਕੁਐਸਚਨ 'ਚ ਗਿਵਨ ਸੀ 80,000 ਦੈਟਸ ਇਟ। ਦੈਨ ਸਿੰਪਲ ਤੁਸੀਂ ਰੇਟ ਆਫ ਰਿਟਰਨ ਲਗਾ ਕੇ ਨਾਰਮਲ ਰੇਟ ਲਗਾ ਕੇ ਉਹਦੀ ਵੈਲਿਊ ਫਾਈਂਡ ਕਰ ਲਈ ਦੈਟਸ ਏ ਨਾਰਮਲ ਪ੍ਰੋਫਿਟ। ਕੈਪੀਟਲ ਇੰਪਲੋਇਡ ਇਨਟੂ ਨਾਰਮਲ ਰੇਟ ਦੈਟਸ ਏ ਨਾਰਮਲ ਪ੍ਰੋਫਿਟ। ਫਿਰ ਉਸ ਤੋਂ ਬਾਅਦ ਕੀ ਕੀਤਾ SP ਦਾ ਫਾਰਮੂਲਾ ਲਗਾਇਆ। ਸਟੈਪ ਬਾਈ ਸਟੈਪ ਚੱਲਣਾ। ਸਭ ਤੋਂ ਪਹਿਲਾਂ ਤੁਸੀਂ ਕੀ ਲਗਾਇਆ ਐਵਰੇਜ ਪ੍ਰੋਫਿਟ। ਐਵਰੇਜ ਪ੍ਰੋਫਿਟ ਤੋਂ ਬਾਅਦ ਤੁਸੀਂ ਬੇਟਾ ਕੀ ਫਾਈਂਡ ਕੀਤਾ ਨਾਰਮਲ ਪ੍ਰੋਫਿਟ। ਨਾਰਮਲ ਪ੍ਰੋਫਿਟ ਤੋਂ ਬਾਅਦ ਤੁਸੀਂ ਕੀ ਫਾਈਂਡ ਕੀਤਾ ਸੁਪਰ ਪ੍ਰੋਫਿਟ। ਸੁਪਰ ਪ੍ਰੋਫਿਟ ਦਾ ਫਾਰਮੂਲਾ ਲਗਾਇਆ ਐਵਰੇਜ ਪ੍ਰੋਫਿਟ ਸਬਟ੍ਰੈਕਟ ਮਾਈਨਸ ਨਾਰਮਲ ਪ੍ਰੋਫਿਟ। ਤੁਹਾਡੇ ਕੋਲ ਸੁਪਰ ਪ੍ਰੋਫਿਟ ਆ ਗਿਆ। ਫਿਰ ਸੁਪਰ ਪ੍ਰੋਫਿਟ ਦਾ ਫਾਰਮੂਲੇ ਤੋਂ ਬਾਅਦ ਗੁੱਡਵਿਲ ਇਜ਼ ਇਕੁਅਲ ਟੂ ਸੁਪਰ ਪ੍ਰੋਫਿਟ ਮਲਟੀਪਲਾਈ ਨੰਬਰ ਆਫ ਈਅਰ। ਮਤਲਬ ਕਿ ਆਪਾਂ ਗੁੱਡਵਿਲ ਜਿਹੜੀ ਹੈ ਕਿੰਨੇ ਸਾਲਾਂ ਨਾਲ ਪਰਚੇਸ ਕੀਤੀ ਹੈ। ਸੋ ਕਹਿਣ ਦਾ ਮਤਲਬ ਬੇਟਾ ਨੰਬਰ ਆਫ ਈਅਰ ਕੁਐਸਚਨ ਦੇ ਵਿੱਚ ਤੁਹਾਨੂੰ ਸਟੇਟਮੈਂਟਸ ਦਿੱਤਾ ਹੋਊਗਾ ਕਿ ਕਿੰਨੇ ਸਾਲਾਂ ਨਾਲ ਜਿਹੜੀ ਤੁਸੀਂ ਗੁੱਡਵਿਲ ਆ ਉਹ ਪਰਚੇਸ ਕੀਤੀ ਹੈ। 2 ਟਾਈਮਸ 3 ਟਾਈਮਸ ਬਾਰੇ ਲਿਖਿਆ ਹੋਊਗਾ ਜ਼ਰੂਰ। ਸੋ ਬੇਟਾ ਤੁਹਾਡਾ ਇਹ ਸੀਗਾ ਸੁਪਰ ਪ੍ਰੋਫਿਟ। ਦੈਨ ਇਸ ਤੋਂ ਬਾਅਦ ਬੇਟਾ ਆ ਜਾਂਦੀ ਕੈਪੀਟਲਾਈਜੇਸ਼ਨ ਦੇ ਵਿੱਚ ਵੀ ਬੇਟਾ ਇੱਕ ਸਮ ਹੈ 25,000 ਵਿੱਚ ਐਵਰੇਜ ਪ੍ਰੋਫਿਟ ਦਿੱਤਾ ਹੋਇਆ। ਸੇਮ ਇੱਦਾਂ ਆਪਾਂ ਇਹਦੀ ਐਵਰੇਜ ਕੱਢ ਲਾਂਗੇ। ਐਵਰੇਜ ਕਿੱਦਾਂ ਕੱਢਾਂਗੇ 25 ਜਿੱਥੇ ਉੱਥੇ ਨਾਰਮਲ ਰੇਟ ਓਵਰ 100 ਕੀਤਾ ਇੱਥੇ 100 ਓਵਰ ਨਾਰਮਲ ਰੇਟ ਕਰ ਦੇਣਾ। 25,000 into 100 ਓਵਰ ਇਹ ਆ ਗਿਆ 2,50,000 ਦੈਟਸ ਐਵਰੇਜ ਕੈਪੀਟਲ ਇੰਪਲੋਇਡ ਇਨ ਦਾ ਬਿਜ਼ਨਸ। ਤੇ ਉਸ ਤੋਂ ਬਾਅਦ ਤੁਹਾਨੂੰ ਨਾਰਮਲ ਕੈਪੀਟਲ ਜਿਹੜੀ ਬਿਜ਼ਨਸ ਲੱਗੀ ਹੋਈ 1,80,000 ਦਿੱਤੀ ਹੋਈ ਹੈ। ਸੋ ਇੱਥੇ ਆਪਾਂ ਗੁੱਡਵਿਲ ਜਿਹੜੀ ਬੇਟਾ ਫਾਈਂਡ ਕਰਨੀ ਹੈ ਉਹ ਕੈਪੀਟਲਾਈਜੇਸ਼ਨ ਕਿਹਦੇ ਨਾਲ ਕਰਨੀ ਹੈ AP ਦੇ ਨਾਲ ਕਰਨੀ ਹੈ। ਕਿਹਦੇ ਨਾਲ ਕਰਨੀ ਕੈਪੀਟਲਾਈਜੇਸ਼ਨ AP ਦੇ ਨਾਲ। 2,50,000 ਸਬਟ੍ਰੈਕਟ 1,80,000 2,50,000 ਚੋਂ ਬੇਟਾ 1,80,000 ਮਾਈਨਸ ਕਰਤਾ ਤੇ ਆਪਣੇ ਕੋਲ 70,000 ਰੁਪਏ ਆ ਗਿਆ। 70,000 ਕੀ ਆ ਗਿਆ ਵੈਲਿਊ ਆਫ ਗੁੱਡਵਿਲ ਆ ਗਈ। ਸੋ ਕਹਿਣ ਦਾ ਮਤਲਬ ਬੇਟਾ ਜਿਹੜੀ ਗੁੱਡਵਿਲ ਦੀ ਵੈਲਿਊ ਆਈ ਆ ਕੈਪੀਟਲਾਈਜੇਸ਼ਨ ਮੈਥਡ ਦੇ ਨਾਲ ਆਈ ਆ। ਇਹਦੇ ਵਿੱਚ ਕੁਐਸਚਨ 'ਚ ਸਾਨੂੰ SP ਨਾਲ ਵੀ ਆ ਸਕਦੀ ਹੈ ਤੇ ਉਸ 'ਚ ਸੁਪਰ ਪ੍ਰੋਫਿਟ ਦਾ ਫਾਰਮੂਲਾ ਲਗਾ ਦੂੰਗੇ। ਸੁਪਰ ਪ੍ਰੋਫਿਟ ਕਿੱਦਾਂ ਕੱਢੂਗੇ AP ਮਾਈਨਸ NP। ਸੇਮ ਉਹੀ ਪੁਰਾਣਾ ਟ੍ਰੀਟਮੈਂਟ। ਬਸ ਇਫੈਕਟ ਕੀ ਪਿਆ ਵਾ ਕਿ ਜਿਹੜੀ ਉੱਥੇ ਸੁਪਰ ਪ੍ਰੋਫਿਟ ਆ ਉਹ ਕੈਪੀਟਲਾਈਜੇਸ਼ਨ ਵੇ ਦੇ ਨਾਲ ਆ ਗਈ ਹੈ। ਜਿਹੜੀ ਉੱਥੇ ਸੁਪਰ ਪ੍ਰੋਫਿਟ ਆ ਕਿਸ ਵੇ ਨਾਲ ਆ ਗਈ ਬੇਟਾ ਕੈਪੀਟਲਾਈਜੇਸ਼ਨ ਵੇ ਦੇ ਨਾਲ ਆ ਗਈ ਹੈ। ਸੋ ਆਈ ਹੋਪ ਆਲ ਆਰ ਯੂ ਅੰਡਰਸਟੈਂਡ ਕਿ ਕੈਪੀਟਲਾਈਜੇਸ਼ਨ ਗੁੱਡਵਿਲ ਬੇਟਾ ਇਹਨੂੰ ਕਿਸ ਤਰੀਕੇ ਨਾਲ ਕੰਪਿਊਟ ਕਰਨਾ। ਸੋ ਇਹਦੇ ਨਾਲ ਤੁਹਾਡਾ ਬੇਟਾ ਚੈਪਟਰ ਫਿਨਿਸ਼ ਹੋ ਜਾਂਦਾ। ਹੁਣ ਇਸ ਚੈਪਟਰ ਦੇ ਵਿੱਚ ਆਪਾਂ ਐਵਰੇਜ ਪ੍ਰੋਫਿਟ ਮੈਥਡ ਕੀਤਾ, ਵੇਟਡ ਐਵਰੇਜ ਪ੍ਰੋਫਿਟ ਮੈਥਡ ਕੀਤਾ,
ਸੁਪਰ ਪ੍ਰੋਫਿਟ ਮੈਥਡ ਕੀਤਾ, ਦੈਨ ਉਹਨਾਂ ਦੀ ਕੈਪੀਟਲਾਈਜੇਸ਼ਨ ਕੀਤੀ। ਕੈਪੀਟਲਾਈਜੇਸ਼ਨ ਕਿਹਦੀ ਕੀਤੀ? ਐਵਰੇਜ ਪ੍ਰੋਫਿਟ ਐਜ਼ ਵੈਲ ਐਜ਼ ਸੁਪਰ ਪ੍ਰੋਫਿਟ ਮੈਥਡ ਦੀ। ਕਿਹਦੀ ਕੈਪੀਟਲਾਈਜੇਸ਼ਨ? ਐਵਰੇਜ ਐਜ਼ ਵੈਲ ਐਜ਼ ਸੁਪਰ ਪ੍ਰੋਫਿਟ ਮੈਥਡ ਦੀ।